लिए साडे लिए चंगा है। पंजाब के किसान हरियाणे के यूपी की लड़ाई हो रही सी, गवर्नमेंट नूं MSP बता के एक्सपोर्ट करो जी जे उत्थों डिसरप्ट हुंदी है। या मैनूं ये लगदा है भारत सरकार इहदे विच देर कीती है। इन्हां ने सरकार दे वल्लों बच्चे जाण नूं तैयार नहीं सी उदों लगदा नहीं उस तो दूर बैठे हैं, तो हले फौज बड़ी दूर है रूस की। ये नहीं सी पता कि ये चारों पासों तीनों पासों अटैक करनगे। ਤੇ ਸਰ ਜਿਹੜਾ ਇੰਡੀਆ ਦਾ ਸਟੈਂਡ ਰਿਹਾ UN ਚ UNSC ਚ ਇਸ ਚੀਜ਼ ਨੂੰ ਲੈ ਕੇ ਤੁਸੀਂ ਉਹਨੂੰ ਕਿਵੇਂ ਦੇਖਦੇ? ਦੇਖੋ ਹੋਰ ਇਹਨਾਂ ਦੇ ਕੋਲ ਕੋਈ ਸੀ ਨਹੀਂ, ਕਿਉਂਕਿ ਸਾਡੀ ਇੰਨੀ ਜ਼ਿਆਦਾ ਡਿਫੈਂਸ ਇਕਵਿਪਮੈਂਟ ਸਾਨੂੰ ਚਾਹੀਦੀ ਹੈ ਰੂਸ ਤੋਂ। ਪੁਰਾਣੇ ਸਾਡੇ ਜ਼ਿਆਦਾ ਹਥਿਆਰ ਉੱਥੋਂ ਦੇ ਨੇ, ਸਾਡੀ ਜ਼ਿਆਦਾਤਰ 에ਅਰ ਫੋਰਸ ਦੇ ਜਹਾਜ਼ ਜਿਹੜੇ ਹੈਗੇ ਉੱਥੋਂ ਦੇ ਹੈਗੇ। ਸੋ ਉਹ ਜਦ ਤਾਈਂ ਜੇ ਉਹਨਾਂ ਨੂੰ ਤੁਸੀਂ ਵਿਗਾੜ ਲਓਗੇ ਤਾਂ ਫਿਰ ਤੁਹਾਨੂੰ ਖਰਾਬ ਕਰਨਗੇ ਬਾਅਦ ਚ। ਉਧਰ ਅਮਰੀਕਾ ਦੀ ਜਿੱਥੇ ਤਾਈਂ ਗੱਲ ਹੈ, ਗੱਲ ਤਾਂ ਉੱਥੇ ਹੀ ਆਈ ਹੈ। ਇਹ ਸਰਕਾਰ ਕਹਿੰਦੀ ਰਹਿੰਦੀ ਹੈ ਨਹਿਰੂ ਨੇ ਕਿਆ ਕੀਤਾ, ਤਾਂ ਗੱਲ ਤਾਂ ਉਹੀ ਹੋਈ ਨਾ। ਨਹਿਰੂ ਨੇ ਜੋ ਨੌਨ ਅਲਾਈਨਮੈਂਟ ਇਸੇ ਲਈ ਚਲਾਈ ਸੀ ਉਦੋਂ ਕਿ ਜਦ ਸ਼ੀਤਲ ਯੁੱਧ ਚੱਲਿਆ ਤੁਸੀਂ ਇੱਕ ਪਾਸੇ ਨਾਲ ਨਾ ਹੋ, ਨਹੀਂ ਤੁਹਾਨੂੰ ਨੁਕਸਾਨ ਹੋਏਗਾ। ਜ਼ਿਆਦਾ ਫਸ ਇਸ ਲਈ ਗਿਆ ਕਿਉਂਕਿ ਸਿਕਿਉਰਿਟੀ ਕਾਉਂਸਲ ਦੇ ਮੈਂਬਰ ਹੈ। ਜੇ ਮੈਂਬਰ ਨਾ ਹੁੰਦੇ ਫਿਰ ਤਾਂ ਤੁਸੀਂ ਥੋੜਾ ਮੋਟਾ ਬੋਲ ਕੇ ਬੈਠ ਜਾਓ, ਉੱਥੇ ਤੁਹਾਨੂੰ ਵੋਟ ਪਾਉਣੀ ਪਈ। ਪਰ ਵੋਟ ਪਾਉਣ ਲੱਗੇ ਚੀਨ ਨੇ ਵੀ ਦੇਖਿਆ ਕਿ ਜੋ ਰੂਸ ਕਰ ਰਿਹਾ ਉਹ ਵੀ ਪੂਰਾ ਠੀਕ ਨਹੀਂ ਹੈ। ਤਾਕਤ 5 ਤਾਕਤਾਂ ਜਿਨ੍ਹਾਂ ਕੋਲ ਨਿਊਕਲੀਅਰ ਵੈਪਨਸ ਹੈ, ਪਰਮਾਣੂ ਹਥਿਆਰ ਨੇ, ਕਦੇ ਨਹੀਂ ਕਹਿੰਦੇ ਅਸੀਂ ਵਰਤਾਂਗੇ ਪਰਮਾਣੂ ਹਥਿਆਰ। ਜ਼ਿੰਮੇਦਾਰ ਤਾਕਤ ਹੋਵੇ ਉਹ ਕਦੇ ਨਹੀਂ ਕਹਿੰਦੀ, ਜਿਹੜਾ ਪੁਟਿਨ ਨੇ ਕੀਤਾ। ਸੋ ਉਹਨੇ ਕਈ ਰੂਲ ਤੋੜ ਦਿੱਤੇ ਹੈ ਵੱਡੀਆਂ ਤਾਕਤਾਂ ਨੇ ਜਿਹੜੇ ਬਣਾਏ ਹੋਏ ਸੀ। ਹੁਣ ਉਹ ਰੋਲ ਟੁੱਟੇ ਆ, ਹੁਣ ਨਵੇਂ ਰੂਲ ਬਣਨੇ ਪੈਣੇ ਆ, ਨਵੇਂ ਨਿਯਮ ਬਣਨਗੇ। ਉਹਨਾਂ ਦੇ ਜਿਹੜੇ ਫੌਜ ਹੈ, ਸਿਕਿਉਰਿਟੀ ਫੋਰਸ, ਉਹੀ ਕਹਿਣ ਕਿ ਇਹ ਮਹਿੰਗਾ ਪੈ ਰਿਹਾ ਬੰਦਾ, ਇਹਨੂੰ ਕੱਢ ਦੇ। ਅਮਰੀਕਾ 'ਚ ਇਕੱਠੀ ਸੀ, ਉਹ ਕੰਸੈਂਸਸ ਹੁੰਦਾ ਸੀ। ਉਹ ਅਮਰੀਕਾ 'ਚ ਵੀ ਤਰੇੜਾਂ ਆਈਆਂ ਹੋਈਆਂ ਮੇਰੇ ਖਿਆਲ ਉਸੇ ਕਰਕੇ ਇਹ ਭੂਸਰ ਗਏ ਥੋੜੇ ਪੁਟਿਨ ਸਾਹਿਬ। ਉਹਨਾਂ ਨੇ ਕਿਹਾ ਅਮਰੀਕਾ 'ਚ ਵੀ ਤਰੇੜਾਂ ਹੈ, ਯੂਰਪ 'ਚ ਵੀ ਤਰੇੜਾਂ ਪੈ ਜਾਣਗੀਆਂ, ਮੌਕਾ ਚੰਗਾ ਹੈ, ਇਹਨਾਂ ਨੂੰ ਡੱਕ ਕੇ ਰੋਕ ਕੇ ਪਾਸੇ ਕਰੀਏ। ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਦੁਨੀਆ ਦੀਆਂ ਨਿਗਾਹਾਂ ਰੂਸ ਤੇ ਯੂਕਰੇਨ ਵਿਚਾਲੇ ਜੰਗ ਤੇ ਟਿਕੀਆਂ ਹੋਈਆਂ ਨੇ। ਇਸ ਜੰਗ ਦਾ ਦੁਨੀਆ ਤੇ ਕੀ ਪ੍ਰਭਾਵ ਪਏਗਾ, ਅਸੀਂ ਗੱਲਬਾਤ ਕਰਾਂਗੇ ਦੇਸ਼ ਦੇ ਸਾਬਕਾ ਰਾਜਦੂਤ ਸਰਦਾਰ ਕੇਸੀ ਸਿੰਘ ਜੀ ਨਾਲ। ਕੇਸੀ ਸਿੰਘ ਜੀ, ਸਭ ਤੋਂ ਪਹਿਲਾ ਸਵਾਲ, ਜਿਹੜੀ ਰੂਸ ਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ, ਇਸ ਦਾ ਦੁਨੀਆ ਤੇ ਕੀ ਅਸਰ ਪਏਗਾ, ਕੀ ਪ੍ਰਭਾਵ ਪਏਗਾ? ਦੇਖੋ, ਪੁਟਿਨ ਰੂਸ ਦੇ ਜਿਹੜੇ ਰਾਸ਼ਟਰਪਤੀ ਹੈ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਜਿਹੜਾ 1991 ਦੇ ਬਾਅਦ ਸੋਵੀਅਤ ਯੂਨੀਅਨ ਟੁੱਟ ਕੇ ਜਿਹੜੇ ਦੇਸ਼ ਬਣੇ ਸੀ ਔਰ ਜਿਹੜਾ ਯੂਰਪ ਦੇ ਵਿੱਚ ਇੱਕ ਸੰਤੁਲਨ ਆਇਆ ਸੀਗਾ, ਉਹਨੂੰ ਹਿਲਾ ਦਿੱਤਾ ਹੈ। ਉਹ ਇਹ ਉਹਨਾਂ ਦੀ ਸਪੀਚ ਵੀ ਜਿਹੜੀ ਆਈ ਹੈ, ਉਹਨਾਂ ਦਾ ਬਿਆਨ ਵੀ ਇਹ ਸੀ ਕਿ ਮੈਂ ਉਹਨੂੰ ਸਵੀਕਾਰ ਨਹੀਂ ਕਰਦਾ। ਸੋ ਇਸ ਕਰਕੇ ਖਤਰਾ ਇਹ ਹੈ ਕਿ ਇਹ ਤਾਂ ਹਲੇ ਯੂਕਰੇਨ ਤਾਂ ਹੀ ਆਇਆ, ਦੂਜੇ ਦੇਸ਼ਾਂ ਤੇ ਵੀ ਨਾ ਕੋਸ਼ਿਸ਼ ਕਰਨ। ਪੋਲੈਂਡ ਹੈ, ਹੰਗਰੀ ਹੈ, ਚੈਕੋਸਲੋਵਾਕੀਆ, ਉਹ ਸਾਰੇ ਦੇਸ਼ ਸੀ ਜਿਹੜੇ ਆਜ਼ਾਦ ਹੋਏ ਸੈਂਟਰਲ ਏਸ਼ੀਆ 'ਚ ਹੈ। ਕਜ਼ਾਕਿਸਤਾਨ, ਤਾਂ ਹੀ ਤੁਸੀਂ ਦੇਖਿਆ ਹੋਣਾ ਕਜ਼ਾਕਿਸਤਾਨ ਨੇ ਫੌਜਾਂ ਨਹੀਂ ਭੇਜੀਆਂ ਇੱਥੇ, ਇਹਨਾਂ ਨੇ ਮੰਗਵਾਈਆਂ ਸੀ, ਕਿਉਂਕਿ ਉਹ ਡਰ ਇਸ ਗੱਲ ਦਾ ਹੈ। ਚੀਨ ਵੀ ਇਹੀ ਗੱਲ ਸੋਚ ਰਿਹਾ ਹੈ ਕਿ ਜੇ ਅੱਜ ਉਹ ਪੂਰੀ ਹਮਾਇਤ ਇਹਨਾਂ ਦੀ ਇਸ ਤੇ ਕਰ ਦਿੰਦੇ ਹੈ, ਕੱਲ ਨੂੰ ਇਹਨਾਂ ਨੇ ਆ ਕੇ ਸੈਂਟਰਲ ਏਸ਼ੀਆ ਰੋਕ ਲਿਆ ਤਾਂ ਫਿਰ ਚੀਨ ਦੀ ਜਿਹੜੀ ਬੈਲਟ ਐਂਡ ਰੋਡ ਹੈ ਉਹ ਕਿੱਧਰ ਜਾਊਗੀ? ਚੀਨ ਆਪਣਾ ਅਸਰ ਸੈਂਟਰਲ ਏਸ਼ੀਆ ਦੇ ਥਰੂ ਗਲਫ ਤਾਈਂ ਪਹੁੰਚਾ ਰਿਹਾ। ਸੋ ਸਾਰੇ ਦੇਸ਼ ਹਿਸਾਬ ਕਿਤਾਬ ਇਹਦਾ ਲਾ ਰਹੇ ਨੇ, ਪਰ ਹਲੇ ਜਿਹੜਾ ਦੇਖਣ 'ਚ ਆਇਆ ਮੇਰੇ ਖਿਆਲ ਥੋੜੀ ਇਹਨਾਂ ਨੇ ਸਖਤ ਗਲਤੀ ਕਰ ਲਈ ਹੈ ਪੁਟਿਨ ਸਾਹਿਬ ਨੇ। ਇਹਨਾਂ ਦਾ ਅੰਦਾਜ਼ਾ ਸੀ ਕਿ ਜਾਂ ਤਾਂ ਸਰਕਾਰ ਬੜੀ ਜਲਦੀ ਹਥਿਆਰ ਸਿੱਟ ਦੇਗੀ, ਜਲਦੀ ਗਿਰ ਜਾਏਗੀ। ਇਹ ਕੀਵ ਜਿਹੜਾ ਉਹਨਾਂ ਦਾ ਕੈਪੀਟਲ ਹੈ ਉਹਨੂੰ ਜਲਦੀ ਘੇਰ ਲੈਣਗੇ, ਕਿਉਂਕਿ ਉੱਪਰਲੇ ਪਾਸੇ ਬੈਲਾਰੂਸ ਜਿਹੜਾ ਲੱਗਦਾ ਉਹ ਰੂਸ ਦੇ ਨਾਲ ਹੈ। ਉੱਥੋਂ ਸਾਰਾ 100 ਕਿਲੋਮੀਟਰ ਦੇ ਅੰਦਰ ਹੈ ਡਿਸਟੈਂਸ। ਤੇ ਇਹਨਾਂ ਨੇ ਕਿਹਾ ਟੈਂਕਾਂ ਤੇ ਜਾ ਕੇ ਫਟਾਫਟ ਘੇਰ ਲਾਂਗੇ ਤੇ ਉਹ ਡਰ ਕੇ ਹਥਿਆਰ ਜਾਂ ਭੱਜੇਗਾ ਔਰ ਜਾਂ ਹਥਿਆਰ ਸਿੱਟ ਦੇਗਾ। ਉਹਨਾਂ ਨੇ ਪੂਰੀ ਆਪਣੀ ਦੇਖੋ, ਨੇਟੋ ਇਹਨਾਂ ਨਾਲ ਗੱਲ ਕਰਦੇ ਆ ਯੂਕਰੇਨ ਦੇ ਨਾਲ ਬਹੁਤ ਮਹੀਨੇ ਹੋ ਗਏ। ਉਹਨਾਂ ਨੇ ਇਹਨਾਂ ਨੂੰ ਹਥਿਆਰ ਵੀ ਦਿੱਤੇ ਹੈ, ਮਿਸਾਈਲ ਦਿੱਤੇ ਹੈ, ਜੈਵਲਿਨ ਮਿਸਾਈਲ ਦਿੱਤੇ ਹੈ ਜਿਹੜੇ ਟੈਂਕਾਂ ਨੂੰ ਰੋਕ ਸਕਦੇ ਹੈ, ਔਰ ਸ਼ੋਲਡਰ ਫਾਇਰਡ ਮਿਸਾਈਲ ਦਿੱਤੇ ਹੈ ਜਿਹੜੇ ਹੈਲੀਕਾਪਟਰ ਜਹਾਜ਼ ਨੂੰ ਸਿੱਟ ਸਕਦੇ ਹੈ। ਤਾਂ ਇਸ ਕਰਕੇ ਇਹਨਾਂ ਨੂੰ ਪਤਾ ਸੀ ਨੇਟੋ ਨੂੰ ਕਿ ਕਿਉਂਕਿ ਰੂਸ ਕੋਲ ਇੰਨੇ ਟੈਂਕ ਨੇ ਔਰ ਮਿਸਾਈਲ ਨੇ, ਉਹਨਾਂ ਨੂੰ ਸਿੱਧੇ ਹੱਥੋਂ ਰੋਕਣਾ ਮੁਸ਼ਕਿਲ ਹੋਊਗਾ। ਉਹਨਾਂ ਨੇ ਕਿਹਾ ਕਿ ਫਟਾਫਟ ਪਿੱਛੇ ਆ ਜਾਓ, ਸ਼ਹਿਰਾਂ ਦੇ ਵਿੱਚ ਲੜਾਈ ਕਰਾਂਗੇ, ਕਿਉਂਕਿ ਸ਼ਹਿਰ ਦੇ ਵਿੱਚ ਆ ਕੇ ਫਿਰ ਟੈਂਕ ਨਹੀਂ ਕਰ ਸਕਦਾ, ਮੋਬਿਲਿਟੀ ਨਹੀਂ ਹੁੰਦੀ, ਫਿਰ ਤਾਂ ਹੈਂਡ ਟੂ ਹੈਂਡ ਹੋ ਜਾਂਦਾ ਹੈ। ਛੋਟੀ ਪੰਕਤੀਆਂ ਆਉਣਗੀਆਂ ਫੌਜੀਆਂ ਦੀਆਂ, ਉਹਨਾਂ ਨੂੰ ਕਿਵੇਂ ਫੜਨਾ ਹੈ। ਔਰ ਜੇ ਸ਼ੋਲਡਰ ਫਾਇਰ, ਤੁਸੀਂ ਕੱਲ ਵੀ ਦੇਖਿਆ ਹੋਣਾ, ਹੈਲੋ, ਹਾਂਜੀ, ਕੱਲ ਵੀ ਦੇਖਿਆ ਹੋਣਾ, ਇੱਕ ਜਿਹੜੀ ਇਮਾਰਤ ਦਿਖਾ ਰਹੇ ਸੀ ਬੜੀ ਉੱਚੀ, ਉਹਦੀ 15ਵੀਂ 20ਵੀਂ ਮੰਜ਼ਿਲ ਤੇ ਇੱਕ ਅਟੈਕ ਹੋਇਆ ਸੀ ਮਿਸਾਈਲ ਦਾ। ਹੁਣ ਰੂਸੀ ਤਾਂ ਕਹਿੰਦੇ ਆ ਕਿ ਨਹੀਂ, ਤੁਹਾਡਾ ਆਪਣਾ ਮਿਸਾਈਲ ਗਲਤ ਲੱਗਿਆ ਹੈ, ਪਰ ਹੋ ਸਕਦਾ ਹੈ
ਉਸ ਤਰ੍ਹਾਂ ਹੋਵੇ, ਕਿਉਂਕਿ ਇੰਨੇ ਮਿਸਾਈਲ ਐਕੂਰੇਟ ਵੀ ਨਹੀਂ ਹੋਣੇ, ਜਾਂ ਹੋ ਸਕਦਾ ਕਿ ਉੱਥੇ ਕੋਈ ਬੰਦਾ ਇਹਨਾਂ ਦਾ ਹਥਿਆਰਬੰਦ ਹੋਵੇ, ਜਿਹੜੀ ਇਹਨਾਂ ਦੀ ਯੂਕਰੇਨ ਦੀ ਫੌਜ ਹੈ, ਤੇ ਉਹ ਹੁਣ ਇਹਨਾਂ ਨੂੰ ਜਿੱਥੇ ਜਿੱਥੇ ਕੋਸ਼ਿਸ਼ ਕਰਨਗੇ, ਜਿਵੇਂ ਇਹਨਾਂ ਨੇ ਇੱਕ ਜਹਾਜ਼ ਦਾ ਅੱਡਾ ਕਾਬੂ ਕਰ ਲਿਆ ਸੀ ਥੋੜੀ ਜਿਹੀ ਦੂਰ ਕੀਵ ਤੋਂ, ਉੱਥੇ ਰਾਤ ਨੂੰ ਜਦੋਂ ਰੂਸ ਦਾ ਟਰਾਂਸਪੋਰਟ ਹਵਾਈ ਜਹਾਜ਼ ਆਇਆ ਪੈਰਾਟਰੂਪਰਸ ਨੂੰ ਲੈ ਕੇ, ਉਹਨੂੰ ਸਿੱਟਤਾ ਇਹਨਾਂ ਨੇ ਜਹਾਜ਼ ਨੂੰ। ਇਹ ਤਾਂ ਅਮਰੀਕਨਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ, ਔਰ ਅਮਰੀਕਨ ਤਾਂ ਉੱਤੋਂ ਦੇਖ ਹੀ ਰਹੇ ਹੈ, ਸੈਟਲਾਈਟ ਤੋਂ ਦੇਖ ਰਹੇ ਹੈ, ਉਹਨਾਂ ਨੇ ਆਪਣੇ ਏਵੈਕ ਪਲੇਨ ਉਡਾਏ ਹੋਏ ਨੇ ਨਾਲ ਦੇ ਦੇਸ਼ਾਂ 'ਚ। ਸੋ ਇਸ ਕਰਕੇ ਇੰਟੈਲੀਜੈਂਸ ਉਹ ਦੇ ਰਹੇ ਨੇ, ਹਥਿਆਰ ਉਹ ਦੇ ਰਹੇ ਨੇ, ਕੋਈ $360 ਮਿਲੀਅਨ ਦੇ ਹੋਰ ਹਥਿਆਰ ਅਮਰੀਕਾ ਦੇ ਰਿਹਾ ਹੈ। ਜਰਮਨੀ ਜਿਹਨੇ ਕੀ ਸੈਕੰਡ ਵਰਲਡ ਵਾਰ ਦੇ ਬਾਅਦ, ਦੂਸਰੇ ਮਹਾਨ ਯੁੱਧ ਦੇ ਬਾਅਦ ਕਿਹਾ ਸੀਗਾ ਕਿ ਜਿੱਥੇ ਲੜਾਈ ਹੋ ਰਹੀ ਹੋਵੇ ਅਸੀਂ ਉੱਥੇ ਹਥਿਆਰ ਨਹੀਂ ਭੇਜਾਂਗੇ। ਉਹ ਕਈ ਵਾਰ ਇੰਡੀਆ ਪਾਕਿਸਤਾਨ 'ਚ ਵੀ ਇਹ ਹੁੰਦਾ, ਉਹ ਕਹਿੰਦੇ ਜੀ ਅਸੀਂ ਨਹੀਂ ਹਥਿਆਰ ਨਹੀਂ ਭੇਜ ਸਕਦੇ ਜੇ ਆਪਸ 'ਚ ਲੜਾਈ ਹੋਵੇ ਦੋ ਦੇਸ਼ਾਂ ਦੀ। ਸੋ ਉਹ ਜਰਮਨੀ ਨੇ ਵੀ ਉਹ ਰੁਕਾਵਟ ਆਪਣੀ ਉਠਾ ਕੇ ਕਹਿਤਾ ਨਹੀਂ ਅਸੀਂ ਹਥਿਆਰ ਭੇਜ ਰਹੇ ਹਾਂ। ਸੋ ਪੁਟਿਨ ਸਾਹਿਬ ਦੀ ਜਿਹੜੀ ਗਲਤੀ ਹੋਈ ਹੈ, ਉਹਨਾਂ ਦਾ ਖਿਆਲ ਸੀਗਾ ਸ਼ਾਇਦ ਯੂਰਪ ਦੇ ਵਿੱਚ ਤਰੇੜਾਂ ਆ ਜਾਣਗੀਆਂ, ਜਿਹੜੇ ਦੇਸ਼ ਉਹਨਾਂ ਦੀ ਗੈਸ ਖਰੀਦ ਰਹੇ ਹੈ, ਜਿਹੜੇ ਉਹਨਾਂ ਤੋਂ ਤੇਲ ਖਰੀਦ ਰਹੇ ਨੇ, ਯੂਰਪ ਦੀ ਕੋਈ ਤੀਜੇ ਹਿੱਸੇ ਦੀ ਜਿਹੜੀ ਗੈਸ ਆ ਉਹ ਰੂਸ ਤੋਂ ਆਉਂਦੀ ਹੈ। ਤੋ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਉਹ ਦੇਸ਼ ਸ਼ਾਇਦ ਨਾਲ ਨਾ ਜਾਣ ਅਮਰੀਕਾ ਦੇ, ਔਰ ਇਹ ਇਕੱਠੇ ਨਾ ਹੋਣ। ਉਲਟਾ ਹੋਇਆ ਕੀ ਹੈ ਕਿ ਸਾਰਾ ਯੂਰਪ ਇਕੱਠਾ ਹੋ ਗਿਆ। ਹੁਣ ਜਿਹੜਾ ਇਹਨਾਂ ਨੇ ਕੱਲ ਫੈਸਲਾ ਰਾਤ ਨੂੰ ਲਿਆ ਸਵਿਫਟ ਤੋਂ ਇਹਨਾਂ ਦੇ ਬੈਂਕਾਂ ਨੂੰ ਤੋੜਨ ਦਾ, ਉਹਦੇ ਨਾਲ ਸੋਮਵਾਰ ਤੋਂ ਇਹਨਾਂ ਨੂੰ ਮੁਸ਼ਕਲਾਂ ਵੱਧ ਜਾਣੀ ਹੈ ਰੂਸ ਦੀ, ਕਿਉਂਕਿ ਬੈਂਕ ਹੁਣ ਕੋਈ ਟ੍ਰਾਂਜੈਕਸ਼ਨ, ਉਹ ਜਿਹੜੇ ਬੈਂਕ ਨੇ ਰੂਸ ਦੇ, ਉਹ ਕੋਈ ਤਜਾਰਤ ਨਹੀਂ ਕਰ ਸਕਣਗੇ, ਕੋਈ ਰੈਮਿਟੈਂਸਿਸ ਪੈਸੇ ਨਹੀਂ ਭੇਜ ਸਕਣਗੇ ਜਾਂ ਲੈ ਸਕਣਗੇ, ਕਿਉਂਕਿ ਸਵਿਫਟ ਦੇ ਰਸਤੇ ਹੀ ਇਹ ਜਾਂਦੇ ਨੇ। ਤਾਂ ਇਸ ਕਰਕੇ ਹੌਲੀ ਹੌਲੀ ਉਹ ਸ਼ਿਕੰਜਾ ਕੱਸ ਰਹੇ ਨੇ, ਔਰ ਇਹਨਾਂ ਦਾ ਕਾਬੂ ਇਹਨਾਂ ਦੇ ਨੀਚੇ ਹਲੇ ਆਇਆ ਨਹੀਂ। ਕੇਸੀ ਸਿੰਘ ਜੀ, ਨੇਟੋ ਸ਼ਾਮਿਲ ਕਰਨਾ ਸੀ ਯੂਕਰੇਨ ਨੂੰ, ਤੇ ਹੁਣ ਜਦੋਂ ਜੰਗ ਲੱਗ ਗਈ ਹੈ ਤਾਂ ਨੇਟੋ ਨੇ ਤੇ ਯੂਐਸ ਨੇ ਇੱਕ ਤਰ੍ਹਾਂ ਤੋਂ ਯੂਕਰੇਨ ਨੂੰ ਇਕੱਲਾ ਛੱਡ ਦਿੱਤਾ, ਕੋਈ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ ਜੰਗ 'ਚ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਹੁਣ ਇਹਨੂੰ ਤੁਸੀਂ ਦੋਨੋਂ ਪਾਸੇ ਲੈ ਸਕਦੇ। 7-8 ਸਾਲ ਪਹਿਲਾਂ ਇਹਨਾਂ ਨੇ ਕਿਹਾ ਸੀ ਹਾਂਜੀ ਮਤਾ ਪਾਸ ਕੀਤਾ ਇਹਨਾਂ ਨੂੰ ਨੇਟੋ ਚੋਂ ਲੈਣਾ ਹੈ, ਉਹ ਜਦ ਉਹਦੇ ਮੁਖਾਲਫਤ ਕੀਤੀ ਰੂਸ ਨੇ। ਹੁਣ ਜੇ ਇਹ ਜਾਂ ਤਾਂ ਇਹਨਾਂ ਨੂੰ ਨੇਟੋ 'ਚ ਲੈ ਲੈਂਦੇ ਜਲਦੀ ਦੇ ਕੇ, ਫਿਰ ਤਾਂ ਇਹਨਾਂ ਦੀ ਟ੍ਰੀਟੀ ਦੇ ਮੁਤਾਬਕ, ਸੰਧੀ ਦੇ ਮੁਤਾਬਕ ਇਹਨਾਂ ਦਾ ਅਖਤਿਆਰ ਬਣਦਾ ਔਰ ਹੱਕ ਬਣਦਾ ਹੈ, ਔਰ ਇਹਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜਾ ਕੇ ਕਿਸੇ ਇੱਕ ਨੇਟੋ ਦੇ ਮੈਂਬਰ ਤੇ ਜੇ ਅਟੈਕ ਹੁੰਦਾ ਤੇ ਸਾਰੇ ਮਦਦ ਕਰਨਗੇ। ਪਰ ਜੇ ਉਹਨੂੰ ਲੈ ਲੈਂਦੇ ਫਿਰ ਇਹ ਹੋਣਾ ਸੀਗਾ ਕਿ ਦੇਖੋ ਜੀ, ਜਾਣ ਕੇ ਰੂਸ ਨੂੰ ਭੜਕਾਇਆ ਇਹਨਾਂ ਨੇ। ਉਹ ਕੋਈ ਐਸੀ ਚੀਜ਼ ਪੁਟਿਨ ਦੇ ਹੱਥ ਨਹੀਂ ਸੀ ਦੇਣਾ ਚਾਹੁੰਦੇ ਜਿਹਦੇ ਨਾਲ ਇਹ ਲੱਗੇ ਕਿ ਇਹਨਾਂ ਨੇ ਇਹਨਾਂ ਨੂੰ ਪ੍ਰਵੋਕ ਕੀਤਾ ਹੈ, ਇਹਨਾਂ ਨੂੰ ਭੜਕਾਇਆ। ਸੋ ਪੁਟਿਨ ਸਾਹਿਬ ਆਪਣੇ ਤਰੀਕੇ ਨਾਲ ਦੇਖੋ, 2014 ਚ ਇੱਥੇ ਜਦ ਤਜਾਰਤ ਬਦਲੀ ਸੀ, ਉਸ ਵੇਲੇ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਹੁੰਦਾ ਸੀਗਾ ਉਹ ਰੂਸ ਦੇ ਪੱਖ ਦਾ ਸੀ। ਉਦੋਂ ਲੋਕਾਂ ਨੇ ਬਾਹਰ ਉਤਰ ਕੇ, ਸੜਕ ਤੇ ਉਤਰ ਕੇ ਬਹੁਤ ਜ਼ਿਆਦਾ ਅੰਦੋਲਨ ਕੀਤਾ। ਅੰਦੋਲਨ ਦੇ ਬਾਅਦ ਕਈ ਹਫ਼ਤੇ ਚੱਲਦਾ ਰਿਹਾ, ਬੜਾ ਲੰਬਾ ਅੰਦੋਲਨ ਸੀ, ਸਰਦੀਆਂ 'ਚ ਵੀ ਚੱਲਦਾ ਰਿਹਾ, ਜਿਵੇਂ ਆਪਣੇ ਕਿਸਾਨ ਬੈਠੇ ਰਹੇ ਹੈ। ਉਹਦੇ ਬਾਅਦ ਉਹ ਪ੍ਰੈਜ਼ੀਡੈਂਟ ਨਿਕਲ ਗਿਆ। ਉਹ ਨਿਕਲਦਿਆਂ ਹੀ ਰੂਸ ਨੇ ਕ੍ਰਾਈਮੀਆ ਰੋਕ ਲਿਆ, ਜਿਹੜਾ ਹੱਲੇ ਥੱਲੇ ਪਾਸੇ ਬਲੈਕ ਸੀ ਤੇ ਯੂਕਰੇਨ ਦਾ ਹਿੱਸਾ ਸੀ। ਸੋ ਇਹ ਉਦੋਂ ਦੀ ਜ਼ਾਤੀ ਤਾਂ ਉਦੋਂ ਦੀ ਪੁਟਿਨ ਸ਼ੋਅ ਕਰ ਰਿਹਾ ਸੀਗਾ ਕਿ ਮੈਂ ਆਪਣਾ ਜਿਹੜਾ ਅਖਤਿਆਰ ਹੈ ਉਹ ਯੂਕਰੇਨ ਤੇ ਰੱਖਣਾ ਚਾਹੁੰਦਾ। ਬਾਕੀ ਨੇਟੋ ਸ਼ੇਟੋ ਦਾ ਤਾਂ ਐਵੇਂ ਬਹਾਨਾ ਹੈ। ਉਹ ਇਹ ਚਾਹੁੰਦਾ ਹੈ ਕਿ ਇੱਥੇ ਦੇਖੋ, ਜੇ ਇਹਦੇ ਮੋਟੇ ਤਰੀਕੇ ਨਾਲ ਦੋ ਹਿੱਸੇ ਹੈ ਯੂਕਰੇਨ ਦੇ। ਰਸ਼ੀਆ ਦੇ ਰੋਲ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ ਤਾਂ ਕਿਹਾ ਜਾ ਰਿਹਾ ਵੀ ਪੁਟਿਨ ਡਿਕਟੇਟਰ ਹੈ, ਹਿਟਲਰ ਨਾਲ ਕੰਪੈਰੀਜ਼ਨ ਹੋ ਰਿਹਾ, ਪਰ ਰਸ਼ੀਆ ਆਪਣਾ ਸਪਸ਼ਟੀਕਰਨ ਇਹ ਦੇ ਰਿਹਾ ਵੀ ਜੇ ਯੂਕਰੇਨ ਵੀ ਨੇਟੋ ਸ਼ਾਮਿਲ ਹੋ ਜਾਂਦਾ ਹੈ ਤਾਂ ਜਿੰਨੀਆਂ ਵੀ ਫੌਜਾਂ ਨੇ ਉਹਨਾਂ ਦੀ ਬਾਰਡਰ ਤੇ ਆ ਕੇ ਬਹਿ ਜਾਣਗੀਆਂ। ਇਸ ਕਰਕੇ ਇੱਕ ਬਫਰ ਜ਼ੋਨ ਕ੍ਰੀਏਟ ਕਰਨ ਵਾਸਤੇ ਉਹਨਾਂ ਨੂੰ ਇਹ ਕਦਮ ਚੱਕਣਾ ਪਿਆ। ਉਹ ਵੀ ਗੱਲ ਠੀਕ ਹੈ, ਉਹਦੇ 'ਚ ਥੋੜਾ ਪੱਛਮੀ ਦੇਸ਼ਾਂ ਦਾ ਵੀ ਮੈਂ ਸਮਝਦਾ ਹਾਂ ਕਸੂਰ ਹੈਗਾ ਇਸ ਗੱਲ ਦਾ। ਲੇਕਿਨ ਪੱਛਮੀ ਦੇਸ਼ ਤਾਂ ਹੁਣ ਨੇਟੋ 'ਚ ਇਹਨੂੰ ਲੈ ਕੇ ਨਹੀਂ ਸੀ ਆਏ। ਉਹ ਤਾਂ 6-7 ਸਾਲ ਦਾ ਮਤਾ ਪਾਸ ਕੀਤਾ ਹੋਇਆ ਹੈ, ਉਹਨਾਂ ਨੇ ਕਿਹਾ। ਉਹਦੇ ਬਾਅਦ ਤਾਂ ਇਹਨਾਂ ਨੇ ਕਿਹਾ ਨਹੀਂ। ਇਹੀ ਕਹੀ ਜਾਂਦਾ ਸੀ ਜ਼ੈਲੈਂਸਕੀ, ਇਹਨਾਂ ਦਾ ਪ੍ਰੈਜ਼ੀਡੈਂਟ, ਕਿ ਜੀ ਮੈਂ ਜਾਣਾ ਨੇਟੋ ਦੇ ਅੰਦਰ, ਕਿਉਂਕਿ ਉਹਨੂੰ ਡਰ ਲੱਗ ਰਿਹਾ ਸੀ। ਦੇਖੋ, ਯੂਕਰੇਨ ਦੇ ਮੋਟੇ-ਮੋਟੇ ਦੋ ਹਿੱਸੇ ਹੈ। ਜਿਹੜਾ ਅੱਧਾ ਪੂਰਬੀ ਪਾਸੇ ਵਾਲਾ ਹਿੱਸਾ ਹੈ, ਜਿੱਥੇ ਕੁਝ ਹਿੱਸਾ ਇਹਨਾਂ ਨੇ ਆਲਰੇਡੀ, ਜਿਹਨੂੰ ਕਹਿੰਦੇ ਹੈ ਇਹਨਾਂ ਨਾਲ ਜਿਹੜੇ ਮਿਲੇ ਹੋਏ ਨੇ, ਸਹਿਮਤੀ ਹੈ ਜਿਨ੍ਹਾਂ ਦੀ, ਉਹਨਾਂ ਨੇ 2 ਸੂਬੇ ਜੇ ਬਣਾਏ ਹੋਏ ਨੇ ਡੌਨਬਾਸ 'ਚ। ਉਹਨੂੰ ਰੈਕਗਨਾਈਜ਼ ਕੀਤਾ ਪੁਟਿਨ ਨੇ, ਕਿਹਾ ਜੀ ਮੈਂ ਇਹਨਾਂ ਨੂੰ ਆਟੋਨਮਸ ਗਿਣ ਲਿਆ। ਜਿਹੜੀ ਮਿੰਸਕ ਐਗਰੀਮੈਂਟ ਹੋਇਆ ਸੀਗਾ 2015 ਦਾ, 14 ਤੇ 15 'ਚ 2 ਐਗਰੀਮੈਂਟ ਹੋਏ ਹੈ। ਉਹਦੇ 'ਚ ਇਹ ਸੀਗਾ ਕਿ 13 ਮੁੱਦੇ ਆ, 12-13 ਮੁੱਦੇ, ਕਿ ਇਹ ਆਪਣੇ ਇੱਥੇ ਰੂਸ ਵਾਲਿਆਂ ਨੇ ਆਪਣੀ ਫੌਜ ਤਾਂ ਨਹੀਂ ਸੀ ਭੇਜੀ ਹੁਣ ਤਾਂ ਹੀ, ਲੇਕਿਨ ਗੈਰ ਫੌਜੀ ਉਹਨਾਂ ਨੇ ਬੰਦੇ, ਵਾਗਨਰ ਗਰੁੱਪ ਹੈ
ਕੰਟਰੈਕਟਰਸ ਨੇ, ਉਹਦੇ ਚ ਪ੍ਰਾਈਵੇਟ ਬੰਦੇ, ਉਹਨਾਂ ਨੂੰ ਭੇਜ ਕੇ ਕਾਬੂ ਕੀਤਾ ਹੋਇਆ ਸੀ ਉੱਥੇ। ਤੇ ਉੱਥੇ ਆਮਨੇ ਸਾਹਮਣੇ ਸੀ ਯੂਕਰੇਨ ਦੀਆਂ ਫੌਜਾਂ ਤੇ ਉਹ, ਜਿਵੇਂ ਤੁਸੀਂ ਸਮਝੋ ਪੰਜਾਬ ਹਰਿਆਣਾ ਰੋਕ ਲਿਆ ਹੋਵੇ ਕਿਸੇ ਦੇਸ਼ ਨੇ ਆ ਕੇ ਤੇ ਉਹਨਾਂ ਦੀਆਂ ਫੌਜਾਂ ਅੱਗੇ ਹੋਣ। ਸੋ ਉਹ ਉਸ ਤੇ ਬਾਅਦ ਇਹ ਗੱਲ ਇੱਥੇ ਖੜੀ ਸੀ। ਹੁਣ ਮਿੰਸਕ ਐਗਰੀਮੈਂਟ ਇਹ ਕਹਿੰਦਾ ਸੀਗਾ ਕਿ ਇੱਥੋਂ ਉਹ ਬੰਦੇ ਵਾਪਸ ਜਾਣਗੇ ਜਿਨ੍ਹਾਂ ਨੂੰ ਰੂਸ ਮਦਦ ਕਰ ਰਿਹਾ ਹੈ, ਔਰ ਇਹਦੇ ਅੰਦਰ ਸੰਵਿਧਾਨ ਦੇ, ਯੂਕਰੇਨ ਦੇ ਸੰਵਿਧਾਨ 'ਚ ਤਬਦੀਲੀ ਲਿਆਈ ਜਾਏਗੀ ਜਿਹਦੇ ਵਿੱਚ ਇਹਨਾਂ ਨੂੰ ਆਟੋਨਮੀ ਦੇ ਸਕੀਏ ਇਹ ਦੋ ਹਿੱਸਿਆਂ ਨੂੰ। ਹੋਰ ਵੀ ਉਹਦੇ 'ਚ ਮੁੱਦੇ ਸੀ ਕਿ ਕਿਵੇਂ ਇਹ ਜਿਹੜਾ ਤਣਾਅ ਵਧਿਆ ਹੋਇਆ ਇਹਨੂੰ ਇੱਕ ਇੱਕ ਕਦਮ ਲੈ ਕੇ ਕਿਵੇਂ ਵਧਾ ਸਕਦੇ ਆ, ਉਹ ਅੜਿਆ ਹੋਇਆ ਸੀਗਾ। ਉਹਦੇ 'ਚ ਨਾ ਇੱਧਰਲੇ ਕਦਮ ਲੈਣ ਨੂੰ ਤਿਆਰ ਹੈ, ਨਾ ਰੂਸ ਕਦਮ ਲੈਣ ਨੂੰ ਤਿਆਰ ਹੈ। ਉਹ ਕਹਿੰਦੇ ਪਹਿਲੇ ਆਪ। ਹੁਣ ਇਹਦੇ ਇਹ ਨਹੀਂ ਪਤਾ ਕਿਹਨੇ ਉਹ 13 ਪੁਆਇੰਟਾਂ 12 ਪੁਆਇੰਟਾਂ ਕਿਹਨੇ ਪਹਿਲ ਕਰਨੀ ਹੈ ਤੇ ਕਿਹਨੇ ਦੂਜ ਕਰਨੀ ਹੈ। ਉਸ ਤੇ ਝਗੜਾ ਅੜਿਆ ਸੀਗਾ। ਉਹਨੂੰ ਹੁਣ ਇਸ ਵੇਲੇ ਕਿਉਂ ਜ਼ਿਆਦਾ ਭੜਕਿਆ ਰੂਸ, ਇਹ ਸੋਚਣ ਵਾਲੀ ਗੱਲ ਹੈ। ਕਿ ਉਹਨੇ ਸੋਚਿਆ ਪੈਂਡੈਮਿਕ 'ਚ ਫਸੇ ਹੋਏ ਹੈ, ਫਿਰ ਉਹਨੇ ਸੋਚਿਆ ਕਿਉਂਕਿ ਇਹਦੀ ਜਿਹੜੀ ਨਾਰਥ ਸਟਰੀਮ ਜਿਹੜੀ ਪਾਈਪਲਾਈਨ ਗੈਸ ਦੀ ਆ ਰਹੀ ਹੈ ਉੱਪਰੋਂ ਬਾਲਟਿਕ ਦੇ ਵਿੱਚੋਂ, ਉਹ ਜਰਮਨੀ ਨੂੰ ਆ ਰਹੀ ਹੈ ਸਿੱਧੀ, ਉਹ ਤਕਰੀਬਨ ਕੰਪਲੀਟ ਹੋਣ ਵਾਲੀ ਹੈ। ਇਹਨੇ ਸੋਚਿਆ ਕਿ ਉਹ ਹੁਣ ਜਰਮਨੀ ਤਾਂ ਨਹੀਂ ਛੱਡ ਸਕੇਗਾ ਉਹਨੂੰ, ਗੈਸ ਨੂੰ, ਤੇ ਜਰਮਨੀ ਨਹੀਂ ਜਾਏਗਾ ਨਾਲ। ਜਰਮਨੀ ਸਾਰਿਆਂ ਤੋਂ ਵੱਡਾ ਮੈਂਬਰ ਹੈ ਨੇਟੋ ਦਾ, EU ਦਾ, ਅਮਰੀਕਾ ਨੂੰ ਛੱਡ ਕੇ। ਤਾਂ ਉਹ ਕੋਈ ਗਲਤੀ ਹੋਈ ਹੈ ਇਹਨਾਂ ਦੇ ਹਿਸਾਬ ਨਾਲ, ਇਹਨਾਂ ਨੇ ਹਿਸਾਬ ਲਾਇਆ ਪੁਟਿਨ ਸਾਹਿਬ ਨੇ ਕਿ ਮੈਂ ਧੱਕੇ ਨਾਲ, ਪਰ ਉਹਦੇ ਤੇ ਮੇਰੇ ਖਿਆਲ ਨਿਰਭਰ ਇਸ ਗੱਲ ਤੇ ਸੀ ਕਿ ਫਟਾਫਟ ਜਾ ਕੇ ਰੋਕ ਲਾਂਗੇ। ਰੂਸੀਆ ਨੂੰ ਇਹ ਕਿਹਾ ਗਿਆ ਇਹ ਤਾਂ ਸਾਡੇ ਭਰਾ ਹੈ, ਇਹ ਤਾਂ ਫੁੱਲ ਲੈ ਕੇ ਆਪਾਂ ਨੂੰ ਕਰਨਗੇ। ਉੱਥੇ ਚੰਦ ਬੰਦੇ ਹੈ ਜਿਨ੍ਹਾਂ ਨੇ ਕਾਬੂ ਕੀਤਾ ਹੋਇਆ ਯੂਕਰੇਨ 'ਚ। ਹੁਣ ਇਹ ਨਹੀਂ ਇਹ ਸਮਝ ਸਕੇ ਕਿ ਚੰਦ ਬੰਦੇ ਨਹੀਂ ਹੈ, ਲੋਕ ਯੂਕਰੇਨ ਦੇ ਨਾਲ ਨੇ, ਸਰਕਾਰ ਦੇ, ਇਹ ਲੋਕਤੰਤਰ ਹੈ। ਹੁਣ ਉਹ ਰੌਲਾ, ਹੁਣ ਇਹ ਮਿਸਕੈਲਕੂਲੇਟ, ਇਹਨੂੰ ਕਿਵੇਂ ਅੰਦਾਜ਼ਾ ਗਲਤ ਕਿਵੇਂ ਲਾਇਆ ਪੁਟਿਨ ਨੇ, ਇਹ ਤਾਂ ਹੁਣ ਪੁਟਿਨ ਸਾਹਿਬ ਹੀ ਜਾਣਦੇ ਆ। ਪਰ ਇਹਦੇ 'ਚ ਇਹ ਹੈ ਕਿ ਦੇਖੋ ਰੋਕੇ ਤਾਂ ਉਹ ਹਟੇਗਾ, ਅੱਜ ਵੀ ਹਲੇ ਤਾਈਂ ਤਾਂ ਨਹੀਂ ਰੋਕ ਸਕੇ ਕੀਵ ਨੂੰ, ਲੇਕਿਨ ਇਹਨਾਂ ਨੂੰ ਕੀਮਤ ਬਹੁਤ ਦੇਣੀ ਪਏਗੀ। ਬੰਦੇ ਇਹਨਾਂ ਦੇ ਮਰ ਜਾਣੇ ਆ ਕਾਫੀ, ਉਹਨਾਂ ਦੇ ਵੀ ਮਾਰਨਗੇ। ਫਿਰ ਤੁਸੀਂ ਰੋਕੋਗੇ ਕੀ ਜੇ ਇੰਨਾ ਤੁਸੀਂ ਮਾਰ ਮਰਈਆ ਕਰ ਲਿਆ। ਫਿਰ ਇਹ ਜਿਹੇ ਚੀਜ਼ ਜਿਵੇਂ ਅਮਰੀਕਾ ਗਿਆ ਸੀ ਇਰਾਕ ਦੇ ਵਿੱਚ, ਤੁਸੀਂ ਇੱਕ ਵਾਰ ਰੋਕ ਸਕਦੇ ਹੋ, ਲੇਕਿਨ ਉੱਥੇ ਆਪਣੀ ਰੋਕ ਕੇ ਰਹਿਣਾ ਫਿਰ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਉੱਥੋਂ ਦੇ ਜਿਹੜੇ ਬੰਦੇ ਫਿਰ ਇਨਸਰਜੈਂਸੀ ਕਰਨਗੇ, ਗੁਰਿਲਾ ਬਣ ਜਾਣਗੇ। ਤੁਹਾਨੂੰ ਤੁਸੀਂ 2 ਲੱਖ ਬੰਦਾ ਇਹਨੇ ਅੰਦਰ ਭੇਜਿਆ, 2 ਲੱਖ ਦੀ ਫੌਜ ਹੈ ਇਹਦੇ ਕੋਲ ਜਿਹੜੀ ਡਿਪਲੋਏ ਕੀਤੀ ਹੈ, ਸਾਰੇ ਤਾਂ ਨਹੀਂ ਅੰਦਰ ਗਏ। 2 ਲੱਖ ਦੀ ਫੌਜ ਨਾਲ ਤੁਸੀਂ 35-40 ਲੱਖ ਬੰਦਿਆਂ ਦਾ ਤਾਂ ਕੀਵ ਹੀ ਹੈ ਉਹਨਾਂ ਦਾ ਕੈਪੀਟਲ। ਸੋ ਫੌਜੀ ਜਰਨੈਲ ਇਹ ਕਹਿੰਦੇ ਨੇ ਕਿ ਇੰਨੀ ਥੋੜੀ ਫੌਜ ਨਾਲ ਤੁਸੀਂ ਕਿਵੇਂ ਕਾਬੂ ਰੱਖ ਸਕਦੇ ਹੋ ਇੰਨਾ ਵੱਡਾ ਦੇਸ਼। ਉਹਨਾਂ ਦੀ ਇਹ ਉਮੀਦ ਸੀ ਕਿ ਅੰਦਰੋਂ ਜਿਹੜੇ ਸਾਡੇ ਰੂਸੀ ਬੋਲਣ ਵਾਲੇ ਆ, ਸਾਡੇ ਹਮੈਤੀ ਹੈ, ਉਹ ਉੱਠ ਖੜਨਗੇ, ਉਹਨਾਂ ਦੀ ਸਰਕਾਰ ਬਣਾ ਦਾਂਗੇ। ਕੇ ਸਿੰਘ ਜੀ, ਬਹੁਤ ਸਾਰੇ ਪੰਜਾਬ ਦੇ ਮੁੰਡੇ ਕੁੜੀਆਂ ਨੌਜਵਾਨ ਉੱਥੇ ਫਸੇ ਹੋਏ ਨੇ ਜੰਗ 'ਚ, ਤਾਂ ਭਾਰਤ ਸਰਕਾਰ ਨੂੰ, ਦੇਸ਼ ਦੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ? ਮੈਨੂੰ ਇਹ ਲੱਗਦਾ ਹੈ ਭਾਰਤ ਸਰਕਾਰ ਇਹਦੇ 'ਚ ਦੇਰ ਕੀਤੀ ਹੈ ਇਹਨਾਂ ਨੇ। ਮੈਂ ਕਾਫੀ ਹਫ਼ਤਾ 10 ਦਿਨ ਪਹਿਲਾਂ ਲਿਖਿਆ ਸੀਗਾ ਕਿ ਦੇਖੋ ਇਹ ਲੜਾਈ ਵੱਲ ਜਾ ਰਿਹਾ ਹੈ। ਇਹਨਾਂ ਨੇ ਮੇਰੇ ਖਿਆਲ ਸਮਝਿਆ ਸੀਗਾ ਕਿ ਸ਼ਾਇਦ ਲੜਾਈ ਜਿਹੜੀ ਆ ਪੂਰਬੀ ਹਿੱਸੇ 'ਚ ਹੀ ਰਹੇਗੀ, ਇੰਨਾ ਵੱਡਾ ਅਟੈਕ ਨਹੀਂ ਹੋਏਗਾ। ਉਹ ਤਾਂ ਪਤਾ ਹੀ ਸੀਗਾ ਜੇ ਇੱਕ ਵਾਰ ਅਟੈਕ ਨੇੜੇ ਆ ਗਿਆ ਫਿਰ ਤਾਂ ਹਵਾਈ ਅੱਡੇ ਬੰਦ ਹੋ ਜਾਣਗੇ, ਉਹਨਾਂ ਤੇ ਅਟੈਕ ਹੋ ਜਾਣਗੇ, ਅੰਦਰ ਤੁਹਾਨੂੰ ਟੈਕਸੀਆਂ ਬੱਸਾਂ ਤੇ ਅਸਰ ਪੈ ਜਾਏਗਾ, ਰੇਲ ਗੱਡੀਆਂ ਤੇ ਅਸਰ ਪੈ ਜਾਏਗਾ। ਬੱਚੇ ਕੋਈ ਇੱਕ ਜਗ੍ਹਾ ਤਾਂ ਹੈ ਨਹੀਂ, ਸਾਰੀ ਜਗ੍ਹਾ ਨੇ। ਹਾਂ, ਤਾਂ ਉੱਥੋਂ ਦੇਖੋ ਇਹੀ ਜਿਹੀ ਹਾਲਤ 'ਚ ਨਿਕਲ ਕੇ ਬਾਹਰ ਨਹੀਂ ਨਿਕਲਣਾ ਚਾਹੀਦਾ ਘਰਾਂ 'ਚੋਂ। ਸੋ ਉਹ ਨੰਬਰ ਦਿੱਤੇ ਨੇ ਵਿਦੇਸ਼ ਮੰਤਰਾਲੇ ਨੇ। ਅੱਜ ਔਜਲਾ ਸਾਹਿਬ ਜਿਹੜੇ MP ਨੇ ਆਪਣੇ ਅੰਮ੍ਰਿਤਸਰ ਤੋਂ, ਉਹਨਾਂ ਨੇ ਟਵੀਟ ਕੀਤਾ ਹੈ। ਮੈਂ ਇਹ ਚਾਹੂੰਗਾ ਤੁਸੀਂ ਉਹਨੂੰ, ਮੇਰੇ ਕੋਲ ਵੀ ਹੈਗਾ ਏ, ਉਹ ਤੁਸੀਂ ਆਪਣੀ ਸਕਰੀਨ ਤੇ ਦਿਖਾਓ। ਉਹਨਾਂ ਨੇ ਸਾਰੇ ਨੰਬਰ ਵਿਦੇਸ਼ ਮੰਤਰਾਲਿਆਂ ਦੇ, ਆ ਦੇਖੋ, ਆ ਹੈ। ਹੁਣ ਇਹ ਪਤਾ ਨਹੀਂ ਤੁਹਾਡੇ ਕੈਮਰੇ 'ਚ ਫੜਿਆ ਜਾਂਦਾ ਕਿ ਨਹੀਂ। ਹਾਂ, ਉਹਦੇ 'ਚ ਕਈ ਤਰ੍ਹਾਂ ਦੇ ਨੰਬਰ ਉਹਨਾਂ ਨੇ, ਐਮਬੈਸੀ ਦੀ ਜਿਹੜੀ ਉਹ ਹੈਗੀ ਹੈ ਈਮੇਲ, ਕਿੱਥੇ ਰਜਿਸਟਰ ਹੋਣਾ ਹੈ ਉਹਨਾਂ ਨੇ। ਪਰ ਮੇਰੀ ਆਪਣੀ ਸਲਾਹ ਇਹ ਹੋਏਗੀ ਕਿ ਜਦ ਇੰਨੀ ਹਵੜਾ ਦਵੜੀ ਮੱਚੀ ਹੋਵੇ, ਉਹਦੇ 'ਚ ਕਿਸੇ ਨੂੰ ਨਹੀਂ ਪਤਾ ਕਿ ਤੁਸੀਂ ਕਾਰ 'ਚ ਬੈਠ ਕੇ ਜਾਂਦੇ ਆ, ਰਸਤੇ 'ਚ ਕੀ ਹੁੰਦਾ ਹੈ। ਸਰ, ਕੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਪੁਟਿਨ ਨੂੰ ਕਹਿ ਕੇ, ਰਸ਼ੀਆ ਨੂੰ ਕਹਿ ਕੇ ਸੇਫ ਪੈਸੇਜ ਦੀ ਮੰਗ ਕਰਨੀ ਚਾਹੀਦੀ ਹੈ ਵੀ ਸਾਡੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸੇਫਲੀ ਪੈਸੇਜ ਦਿੱਤਾ ਜਾਵੇ? ਦੇਖੋ, ਉਦੋਂ ਪ੍ਰਧਾਨ ਮੰਤਰੀ ਦੀ ਗੱਲ ਹੋਈ, ਇਹਨਾਂ ਨੇ ਕਿਹਾ ਹੋਣਾ, ਉਹਨੇ ਜਵਾਬ ਦਿੱਤਾ। ਉਦੋਂ ਤਾਂ ਹਲੇ ਉਹਦੇ ਕੋਲ ਜ਼ਿਆਦਾ ਹਿੱਸਾ ਯੂਕਰੇਨ ਦਾ ਕਾਬੂ 'ਚ ਨਹੀਂ ਸੀ। ਉਹ ਕਹਿੰਦਾ ਇਹ ਤਾਂ ਯੂਕਰੇਨ ਦੀ ਗਵਰਨਮੈਂਟ ਕਰੇਗੀ, ਮੈਂ ਕੀ ਕਰਨਾ ਹੈ। ਅੱਛਾ, ਹੁਣ ਵੀ ਉਹਨੂੰ ਮੇਰੇ ਖਿਆਲ ਆਪ ਨਹੀਂ ਪਤਾ ਹੁਣ ਉਹਦੀ ਫੌਜ ਕਿੱਥੇ ਤਾਈਂ ਪਹੁੰਚੀ ਹੈ, ਨਹੀਂ ਹੈ, ਕਿਹੜਾ ਹਿੱਸਾ ਉਹਨਾਂ ਕੋਲ ਹੈ। ਪੂਰਾ ਯੂਕਰੇਨ ਤਾਂ ਨਹੀਂ ਹੈ ਉਹਨਾਂ ਦੇ ਕਾਬੂ 'ਚ। ਜਿਹੜਾ ਦੂਜੇ ਨੰਬਰ ਦਾ ਸ਼ਹਿਰ ਹੈ ਉਹ ਕਲੇਮ ਕਰ ਰਹੇ ਨੇ ਉਹਨਾਂ ਨੇ ਕਾਬੂ ਕੀਤਾ ਹੈ। ਕਈ ਵਾਰ ਇਹ ਹੁੰਦਾ ਕਾਬੂ ਕਰਨ ਦੇ ਬਾਅਦ ਜਿਹੜੀ ਯੂਕਰੇਨ ਦੀ ਫੌਜ ਹੈ ਉਹ ਵੀ ਕਾਊਂਟਰ ਅਟੈਕ ਕਰੇਗੀ। ਸੋ ਕੋਈ ਇਸ ਵੇਲੇ ਨਾ ਤਾਂ ਯੂਕਰੇਨ ਦੀ ਸਰਕਾਰ ਤੇ ਨਾ ਰੂਸ ਦੀ ਇਹਦੀ ਹਿਫਾਜ਼ਤ ਦਾ ਤੁਹਾਨੂੰ ਕੋਈ ਪੱਕਾ ਦੱਸ ਸਕਦੇ ਆ ਕਿ ਉਹ ਦੇ ਸਕਦੇ ਆ। ਉਹ ਆਪਣੀ ਲੜਾਈ ਲੜਨ ਲੱਗੇ ਹੋਏ ਆ।
ਤੁਸੀਂ ਦੋ ਬੰਦੇ ਗਲੀ ਦੇ ਵਿੱਚ ਲੜਦੇ ਹੋਣ, ਤੁਸੀਂ ਉਹਨਾਂ ਕੋਲ ਯਾਰ ਆ ਜਰਾ ਮਦਦ ਕਰੀ, ਸਾਡੇ ਕੋਈ ਬੰਦੇ ਨੂੰ ਭੇਜਣਾ ਅਸੀਂ, ਉਹ ਕਿ ਤੁਹਾਨੂੰ ਕੁੱਟਣ ਲੱਗ ਪੈਣਗੇ ਦੋਨੋਂ। ਜੀ ਉਹ ਇਸ ਕਰਕੇ ਉਹ ਦੋਨਾਂ ਦੇ ਇੰਨਾ ਸੰਗੀਨ ਯੁੱਧ ਹੋ ਰਿਹਾ ਹੈ, ਉਹਨਾਂ 'ਚੋਂ ਕੋਈ ਨਹੀਂ ਮਦਦ ਕਰ ਸਕਦਾ। ਇਸੇ ਕਰਕੇ ਜਿਹੜਾ ਬੰਦਾ ਜਿੱਥੇ ਬੈਠਾ ਹੈ, ਜਾਂ ਤਾਂ ਪਹਿਲਾਂ ਨਿਕਲੇ ਆਉਂਦੇ ਟਾਈਮ ਸਿਰ ਜੀ, ਕੱਲ ਉਹ ਪਰ ਸਰਕਾਰ ਵੱਲੋਂ ਥੋੜੀ ਦੇਰੀ ਤਾਂ ਹੋਈ ਹੈ ਸਾਰੀ ਸਿਚੁਏਸ਼ਨ ਅਸੈਸ ਕਰਨ 'ਚ। ਨਹੀਂ, ਦੇਰੀ ਵੀ ਹੋਈ ਹੈ, ਪਰ ਉਹ ਕਹਿ ਰਿਹਾ ਜਦ ਆਈ ਵੀ ਸਰਕਾਰ ਦੇ ਵੱਲੋਂ ਬੱਚੇ ਜਾਣ ਨੂੰ ਤਿਆਰ ਨਹੀਂ ਸੀ। ਉਦੋਂ ਲੱਗਦਾ ਨਹੀਂ ਉਸ ਤੋਂ ਦੂਰ ਬੈਠੇ ਤਾਂ ਹਲੇ ਫੌਜ ਬੜੀ ਦੂਰ ਹੈ ਰੂਸ ਦੀ, ਇਹ ਨਹੀਂ ਸੀ ਪਤਾ ਕਿ ਇਹ ਚਾਰੋਂ ਪਾਸਿਓਂ ਤਿੰਨੋਂ ਪਾਸਿਓਂ ਅਟੈਕ ਕਰਨਗੇ। ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਇੱਥੇ ਬੈਠੇ ਰਹੀਏ, ਕੋਈ ਨਹੀਂ। ਸੋ ਇਸ ਵੇਲੇ ਹੁਣ ਜੇ ਫਸ ਜਾਓ ਇਹ ਜੇ ਕੰਮ 'ਚ, ਤਾਂ ਬਾਹਰ ਨਿਕਲ ਨਾਲੋਂ ਜਿੱਥੇ ਬੈਠੇ ਹੋ ਜਾਂ ਜਿੱਥੇ ਬੰਬ ਸ਼ੈਲਟਰ ਹੈ ਉੱਥੇ ਰਹਿਣਾ ਚੰਗਾ। ਇਹ ਜ਼ਿਆਦਾ ਤੋਂ ਜ਼ਿਆਦਾ 5-7 ਦਿਨ ਹੋਰ ਚੱਲੇਗਾ, ਉਹਦੇ ਬਾਅਦ ਰੋਕਣਾ ਪਏਗਾ, ਜਾਂ ਤਾਂ ਇਹ ਕਾਬੂ ਕਰ ਲਏਗਾ ਜਾਂ ਇਹਨੂੰ ਸੀਜ਼ ਫਾਇਰ ਕਰਨੀ ਪਏਗੀ। ਇਹ ਇਸ ਤਰੀਕੇ ਨਾਲ ਨਹੀਂ ਚੱਲ ਸਕਦਾ ਜੀ। ਸਰ ਰੂਸ ਦੇ ਵਿੱਚ ਵੀ ਹਾਂਜੀ ਪਲੀਜ਼ ਕੰਟੀਨਿਊ। ਮੈਂ ਕਿਹਾ ਰੂਸ ਦੇ ਵਿੱਚ ਵੀ ਆਕਰੋਸ਼ ਹੋ ਰਿਹਾ, ਸਾਰੇ ਬੰਦੇ ਉਹਦੇ ਨਾਲ ਨਹੀਂ ਹੈ ਇਸ ਗੱਲ ਤੇ, ਕਿਉਂਕਿ ਉਹ ਸਮਝਦੇ ਆ ਯੂਕਰੇਨੀ ਉਹਨਾਂ ਦੇ ਭਾਈ ਨੇ, ਉਹਨਾਂ ਨੂੰ ਕਿਉਂ ਮਾਰ ਰਹੇ ਆ ਅਸੀਂ। ਜੀ ਤੇ ਸਰ ਜਿਹੜਾ ਇੰਡੀਆ ਦਾ ਸਟੈਂਡ ਰਿਹਾ UNSC 'ਚ ਇਸ ਚੀਜ਼ ਨੂੰ ਲੈ ਕੇ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਹੋਰ ਇਹਨਾਂ ਦੇ ਕੋਲ ਕੋਈ ਸੀ ਨਹੀਂ, ਕਿਉਂਕਿ ਸਾਡੀ ਇੰਨੀ ਜ਼ਿਆਦਾ ਡਿਫੈਂਸ ਇਕਵਿਪਮੈਂਟ ਸਾਨੂੰ ਚਾਹੀਦੀ ਹੈ ਰੂਸ ਤੋਂ। ਪੁਰਾਣੇ ਸਾਡੇ ਜ਼ਿਆਦਾ ਹਥਿਆਰ ਉੱਥੋਂ ਦੇ ਨੇ, ਸਾਡੀ ਜ਼ਿਆਦਾਤਰ 에ਅਰ ਫੋਰਸ ਦੇ ਜਹਾਜ਼ ਜਿਹੜੇ ਹੈਗੇ ਉੱਥੋਂ ਦੇ ਹੈਗੇ। ਸੋ ਉਹ ਜਦ ਤਾਈਂ ਜੇ ਉਹਨਾਂ ਨੂੰ ਤੁਸੀਂ ਵਿਗਾੜ ਲਓਗੇ ਤਾਂ ਫਿਰ ਤੁਹਾਨੂੰ ਖਰਾਬ ਕਰਨਗੇ ਬਾਅਦ 'ਚ। ਉਧਰ ਅਮਰੀਕਾ ਦੀ ਜਿੱਥੇ ਤਾਈਂ ਗੱਲ ਹੈ, ਗੱਲ ਤਾਂ ਉੱਥੇ ਹੀ ਆਈ ਹੈ। ਇਹ ਸਰਕਾਰ ਕਹਿੰਦੀ ਰਹਿੰਦੀ ਹੈ ਨਹਿਰੂ ਨੇ ਕਿਆ ਕੀਤਾ, ਤਾਂ ਗੱਲ ਤਾਂ ਉਹੀ ਹੋਈ ਨਾ। ਨਹਿਰੂ ਨੇ ਜੋ ਨੌਨ ਅਲਾਈਨਮੈਂਟ ਇਸੇ ਲਈ ਚਲਾਈ ਸੀ ਉਦੋਂ, ਕਿ ਜਦ ਸ਼ੀਤਲ ਯੁੱਧ ਚੱਲਿਆ ਤੁਸੀਂ ਇੱਕ ਪਾਸੇ ਨਾਲ ਨਾ ਹੋ, ਨਹੀਂ ਤੁਹਾਨੂੰ ਨੁਕਸਾਨ ਹੋਏਗਾ। ਉਹੀ ਚੀਜ਼ ਹੁਣ ਹੋ ਰਹੀ ਹੈ। ਹੁਣ ਦੂਜਾ ਸ਼ੀਤਲ ਯੁੱਧ, ਹੁਣ ਤਾਂ ਗਰਮ ਯੁੱਧ ਸ਼ੁਰੂ ਹੋ ਗਿਆ। ਜਦ ਗਰਮ ਯੁੱਧ ਸ਼ੁਰੂ ਹੋ ਰਿਹਾ ਹੋਵੇ ਉਦੋਂ ਤੁਹਾਨੂੰ ਨਿਊਟਰਲ ਹੀ ਰਹਿਣਾ ਪੈਂਦਾ। ਉਹਨੂੰ ਨੌਨ ਅਲਾਈਨਡ ਕਹੋ, ਨਿਊਟਰਲ ਕਹੋ, ਉਹਨੂੰ ਕਹੋ ਨਹੀਂ ਜੀ ਬੜੇ ਸਿਆਣੇ ਅਸੀਂ, ਬੀਜੇਪੀ ਵਾਲੇ ਕਹਿੰਦੇ ਆ ਸਿਆਣਪ ਦਾ ਦੂਜਾ ਨਾਂ ਨੌਨ ਅਲਾਈਨਡ ਹੈ, ਤੀਜਾ ਨਾਂ ਨਿਊਟਰੈਲਿਟੀ ਹੈ। ਹੋਰ ਤੁਹਾਡੇ ਕੋਲ ਕੋਈ ਸੀ ਨਹੀਂ ਇਲਾਜ ਇਹਦਾ। ਤਾਂ ਜਿਹੜਾ ਹੁਣ ਇੰਡੀਆ ਦਾ ਫਿਊਚਰ ਰੋਲ ਕਿਵੇਂ ਦੇਖਦੇ ਹੋ ਤੁਸੀਂ? ਇੰਟਰਨੈਸ਼ਨਲ ਡਿਪਲੋਮੇਸੀ ਕਿਵੇਂ ਸਾਰੇ ਇਸ ਚੀਜ਼ ਉੱਤੇ ਇੰਡੀਆ ਉੱਤੇ ਕੀ ਪ੍ਰਭਾਵ ਪੈਣਾ ਹੈਗਾ? ਦੇਖੋ, ਇੰਡੀਆ ਜ਼ਿਆਦਾ ਫਸ ਇਸ ਲਈ ਗਿਆ ਕਿਉਂਕਿ ਸਿਕਿਉਰਿਟੀ ਕਾਉਂਸਲ ਦੇ ਮੈਂਬਰ ਹੈ। ਜੇ ਮੈਂਬਰ ਨਾ ਹੁੰਦੇ ਫਿਰ ਤਾਂ ਤੁਸੀਂ ਥੋੜਾ ਮੋਟਾ ਬੋਲ ਕੇ ਬੈਠ ਜਾਓ, ਉੱਥੇ ਤੁਹਾਨੂੰ ਵੋਟ ਪਾਉਣੀ ਪਈ। ਦੇਖੋ, ਵੋਟ ਤਾਂ ਚੀਨ ਨੇ ਵੀ ਉਵੇਂ ਹੀ ਪਾਈ ਜਿਵੇਂ ਅਸੀਂ ਪਾਈ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਚੀਨ ਤੇ ਰੂਸ ਇਕੱਠੇ ਨੇ, ਉਹਨਾਂ ਦੀ ਆਪਸ 'ਚ ਦੋਸਤੀ ਇੰਨੀ ਵੱਧ ਗਈ ਹੈ, ਪਰ ਵੋਟ ਪਾਉਣ ਲੱਗੇ ਚੀਨ ਨੇ ਵੀ ਦੇਖਿਆ ਵੀ ਜੋ ਰੂਸ ਕਰ ਰਿਹਾ ਉਹ ਵੀ ਪੂਰਾ ਠੀਕ ਨਹੀਂ ਹੈ। ਔਰ ਜੋ ਇਧਰਲੇ ਅਮਰੀਕਾ ਵਗੈਰਾ ਕਰ ਰਹੇ ਨੇ ਉਹ ਵੀ ਸ਼ਾਇਦ ਇਹਨਾਂ ਨੇ ਜ਼ਾਤੀਆਂ ਕੀਤੀਆਂ ਪਹਿਲਾਂ। ਇਹਨਾਂ ਨੂੰ ਚਾਹੀਦਾ ਸਮਝ ਲੈਣਾ ਚਾਹੀਦਾ ਸੀ ਇਹ ਭੜਕ ਰਿਹਾ, ਥੋੜਾ ਇਹਨੂੰ ਕੰਟਰੋਲ 'ਚ ਰੱਖ ਦੇ। ਸੋ ਇਸ ਕਰਕੇ ਗਲਤੀ ਹੋਣ ਵਾਲੀ ਜਿਹੜੀ ਗਲਤੀ ਹੈ ਉਹ ਯਾਦ ਪੁਟਿਨ ਦੀ ਰਹੂਗੀ, ਕਿਉਂਕਿ ਵੱਡੀ ਗਲਤੀ ਉਹਨੇ ਕਰ ਲਈ। ਇਹ ਇਹੀ ਜਿਹੀ ਲੜਾਈ, ਇੱਕ ਨਿਊਕਲੀਅਰ, ਫਿਰ ਉੱਤੋਂ ਇਹ ਵੀ ਧਮਕੀ ਦਿੱਤੀ ਹੈ ਕਿ ਮੇਰੇ ਕੋਲ ਹਥਿਆਰ ਐਸੇ ਹੈ ਕਿ ਮੈਂ ਤੁਹਾਨੂੰ ਕਦੇ ਨਹੀਂ ਹੋਇਆ ਕਿ ਇੱਕ ਤਾਕਤ 5 ਤਾਕਤਾਂ ਜਿਨ੍ਹਾਂ ਕੋਲ ਨਿਊਕਲੀਅਰ ਵੈਪਨਸ ਹੈ, ਪਰਮਾਣੂ ਹਥਿਆਰ ਨੇ, ਕਦੇ ਨਹੀਂ ਕਹਿੰਦੇ ਅਸੀਂ ਵਰਤਾਂਗੇ ਪਰਮਾਣੂ ਹਥਿਆਰ। ਅਮਰੀਕਾ ਕੋਲ ਜਦ 1950 ਚ ਇਹਨਾਂ ਦੀ ਹੋਈ ਹੈ ਕੋਰੀਅਨ ਕਨਫਲਿਕਟ, ਚੀਨ ਕੋਲ ਨਹੀਂ ਸੀ ਪਰਮਾਣੂ ਹਥਿਆਰ। ਇਹ ਲੜਦੇ ਰਹੇ, ਇਹਨਾਂ ਨੇ ਕਦੇ ਨਹੀਂ ਕਿਹਾ ਅਸੀਂ ਪਰਮਾਣੂ ਹਥਿਆਰ ਸਿੱਟਾਂਗੇ ਚੀਨ ਤੇ। ਹੀਰੋਸ਼ੀਮਾ ਨਾਗਾਸਾਕੀ ਦੇ ਬਾਅਦ ਕਦੇ ਕਿਸੇ ਛੋਟੇ ਮੋਟੇ ਦੇਸ਼ ਕਹਿੰਦੇ ਰਹਿੰਦੇ ਆ, ਨਾਰਥ ਕੋਰੀਆ, ਪਾਕਿਸਤਾਨ ਕਹਿੰਦਾ ਰਹਿੰਦਾ ਇੰਡੀਆ ਨੂੰ, ਲੇਕਿਨ ਪਰਮਾਣੂ ਹਥਿਆਰ ਵਾਲੀ ਜਿਹੜੀ ਕੋਈ ਜ਼ਿੰਮੇਦਾਰ ਤਾਕਤ ਹੋਵੇ ਉਹ ਕਦੇ ਨਹੀਂ ਕਹਿੰਦੀ, ਜਿਹੜਾ ਪੁਟਿਨ ਨੇ ਕੀਤਾ। ਸੋ ਉਹਨੇ ਕਈ ਰੂਲ ਤੋੜ ਦਿੱਤੇ ਹੈ ਵੱਡੀਆਂ ਤਾਕਤਾਂ ਨੇ ਜਿਹੜੇ ਬਣਾਏ ਹੋਏ ਸੀ। ਹੁਣ ਉਹ ਰੋਲ ਟੁੱਟੇ ਹੈ, ਹੁਣ ਨਵੇਂ ਰੂਲ ਬਣਨੇ ਪੈਣੇ ਆ, ਨਵੇਂ ਨਿਯਮ ਬਣਨਗੇ। ਪਰ ਇੱਕ ਵਾਰ ਤਾਂ ਉਹਨੇ ਸ਼ੀਸ਼ੇ ਵਾਂਗੂ ਇਹਨੂੰ ਤੋੜ ਦਿੱਤਾ ਹੈ। ਉਹਨੇ ਕਿੱਥੇ ਜਾਂਦਾ ਹੈ ਪਤਾ ਨਹੀਂ, ਇਹ ਕਈ ਅੰਦਾਜ਼ ਹੋ ਸਕਦੇ ਹੈ। ਉਹ ਰੋਕ ਕੇ ਬੈਠ ਜਾਏ, ਕੁਛ ਨਾ ਹੋਏ, ਸੈਂਕਸ਼ਨਸ ਨਾਲ ਉਹਦੀ ਆਪਣੀ ਇਕਨੋਮੀ 6 ਮਹੀਨੇ ਚ ਡਿਸਟਰੋਏ ਹੋ ਜਾਏ। ਰੂਸ ਦੇ ਅੰਦਰ ਉਹਨਾਂ ਦੇ ਜਿਹੜੇ ਫੌਜ ਹੈ, ਸਿਕਿਉਰਿਟੀ ਫੋਰਸ, ਉਹੀ ਕਹਿਣ ਕਿ ਇਹ ਮਹਿੰਗਾ ਪੈ ਰਿਹਾ ਬੰਦਾ, ਇਹਨੂੰ ਕੱਢ ਦੇਣ। ਇਹ ਕੁਛ ਨਹੀਂ ਪਤਾ ਲੱਗਦਾ। ਇਹੀ ਜਿਹੜੀਆਂ ਬੰਦ ਖਿੜਕੀ ਦੀਆਂ ਤਾਕਤਾਂ ਹੁੰਦੀਆਂ, ਜੇ ਪਤਾ ਨਹੀਂ ਅੰਦਰ ਕਮਰੇ 'ਚ ਕੀ ਹੋ ਰਿਹਾ ਹੈ, ਉਹਦੇ 'ਚ ਉਲਟਾ ਵੀ ਪੈ ਸਕਦਾ ਪੁਟਿਨ। ਇਹ ਪਤਾ ਲੱਗੇਗਾ ਆਉਣ ਵਾਲੇ ਹਫ਼ਤਿਆਂ 'ਚ। ਤੇ ਸਰ ਓਵਰਆਲ ਅਮਰੀਕਾ ਦਾ ਰੋਲ, ਅਮਰੀਕਾ ਨੇ ਕਿਵੇਂ ਦੇਖ ਰਹੇ ਹੋ? ਅਮਰੀਕਾ ਹਜੇ ਵੀ ਵਿਸ਼ਵ ਦੀ ਸੁਪਰ ਪਾਵਰ ਤਾਂ ਹੈ, ਬਟ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸਾਰੇ ਪਿੱਛੇ। ਦੇਖੋ, ਅਮਰੀਕਾ ਦੇ ਆਪਣੇ ਜਿਹੜੇ ਰਾਈਟ ਵਿੰਗ ਹੈ, ਜਿਹੜੇ ਰਿਪਬਲਿਕਨ ਪਾਰਟੀ ਦੇ ਕਈ ਬੰਦੇ, ਉਹ ਪੁਟਿਨ ਦੀ ਮਦਦ ਕਰੀ ਜਾ ਰਹੇ ਆ। ਸੋ ਦੁਨੀਆ ਕਮਲੀ ਹੋ ਗਈ ਹੈ। ਕੋਈ ਉਹ ਪੁਰਾਣੀ ਗੱਲ ਨਹੀਂ ਹੈ। ਪੁਰਾਣੇ ਟਾਈਮ 'ਚ ਜਦ ਸ਼ੀਤਲ ਯੁੱਧ ਸੀ, ਉਦੋਂ ਕੋਈ ਵੀ ਅਮਰੀਕਾ 'ਚ ਖਿਲਾਫ ਨਹੀਂ ਸੀ ਬੋਲਦਾ। ਅਮਰੀਕਾ 'ਚ ਇਕੱਠੀ ਸੀ, ਉਹ ਕੰਸੈਂਸਸ ਹੁੰਦਾ ਸੀ।
ਉਹ ਅਮਰੀਕਾ 'ਚ ਵੀ ਤਰੇੜਾਂ ਆਈਆਂ ਹੋਈਆਂ ਮੇਰੇ ਖਿਆਲ ਉਸੇ ਕਰਕੇ ਇਹ ਭੂਸਰ ਗਏ ਥੋੜੇ ਪੁਟਨ ਸਾਹਿਬ ਜੀ। ਉਹਨਾਂ ਨੇ ਕਿਹਾ ਕਿ ਅਮਰੀਕਾ 'ਚ ਵੀ ਤਰੇੜਾਂ ਹੈ, ਯੂਰਪ 'ਚ ਵੀ ਤਰੇੜਾਂ ਪੈ ਜਾਣਗੀਆਂ, ਮੌਕਾ ਚੰਗਾ ਹੈ, ਇਹਨਾਂ ਨੂੰ ਡੱਕ ਕੇ ਰੋਕ ਕੇ ਪਾਸੇ ਕਰੀਏ। ਔਰ ਇਹਦੇ 'ਚ ਇੰਨੀ ਜ਼ਿਆਦਾ ਜ਼ਮੀਨ ਹੈ ਯੂਕਰੇਨ ਦੇ ਵਿੱਚ, ਮਿਨਰਲਸ ਨੇ, ਮੈਟਲਸ ਰਿਸੋਰਸਿਸ ਰਿਚ ਰਿਸੋਰਸਿਸ, ਇਹਨਾਂ ਨੂੰ ਤੇ ਰੂਸ ਨੂੰ ਮਿਲਾ ਕੇ ਦੁਨੀਆ ਦਾ ਚੌਥੇ ਹਿੱਸੇ ਦਾ ਗੇਹੂੰ ਹੈ ਜਿਹੜਾ ਐਕਸਪੋਰਟ ਹੁੰਦਾ ਹੈ ਦੋ ਦੇਸ਼ਾਂ 'ਚ। ਸੋ ਹਿੰਦੁਸਤਾਨ ਤੇ ਕੀ ਅਸਰ ਪਏਗਾ? ਦੇਖੋ ਗੇਹੂੰ ਦੀ ਕੀਮਤ ਉੱਤੇ ਜਾਂਦੀ ਹੈ, ਸਾਡੇ ਲਈ ਇਹ ਚੰਗਾ ਹੈ। ਪੰਜਾਬ ਦੇ ਕਿਸਾਨ ਹਰਿਆਣੇ ਦੇ ਯੂਪੀ ਦੀ ਜਿਹੜੀ ਲੜਾਈ ਹੋ ਰਹੀ ਸੀ, ਗਵਰਨਮੈਂਟ ਨੂੰ ਐਮਐਸਪੀ ਬਤਾ ਕੇ ਐਕਸਪੋਰਟ ਕਰੋ ਜੀ, ਜੇ ਉੱਥੋਂ ਡਿਸਰਪਟ ਹੁੰਦੀ ਹੈ ਜੀ। ਦੂਸਰਾ ਹੈਗਾ ਬਾਕੀ ਫਰਕ ਤਾਂ ਇਹ ਪੈਂਦਾ ਹੀ ਹੈ ਕਿਉਂਕਿ ਪੂਰੀ ਇਕਨੋਮੀ ਤੇ ਫਰਕ ਪਏਗਾ। ਜਿਹੜੀ ਇਹ ਸਵਿਫਟ ਨਾਲੋਂ ਰੂਸ ਨੂੰ ਕੱਢ ਦੇਣਗੇ, ਆਇਲ ਐਂਡ ਗੈਸ ਤੇ ਫਰਕ ਪਏਗਾ, ਤੇਲ ਦੀ ਕੀਮਤ ਵੱਧ ਸਕਦੀ ਹੈ, ਸ਼ਾਰਟੇजेस ਹੋ ਸਕਦੀਆਂ, ਪਹਿਲਾਂ ਹੀ ਸ਼ਾਰਟੇਜ ਚੱਲ ਰਹੀ ਸੀ ਆਇਲ ਐਂਡ ਗੈਸ ਦੀ ਜੀ। ਸੋ ਇਹਦਾ ਅਸਰ ਜਿਹੜਾ ਹੌਲੀ ਹੌਲੀ ਪਏਗਾ ਔਰ ਜਿੰਨੀ ਲੰਬੀ ਹੋ ਜਾਏਗੀ ਲੜਾਈ ਉਨਾ ਜ਼ਿਆਦਾ ਇਹਦੇ 'ਚ ਇਨਸਟੇਬਿਲਿਟੀ ਜਿਹਨੂੰ ਕਹਿੰਦੇ ਆ, ਸੰਤੁਲਨ ਦੁਨੀਆ ਜਿਹੜਾ ਬਣਿਆ ਹੋਇਆ ਸੀ ਉਹ ਖੋਇਆ ਜਾਏਗਾ, ਮਾਰਕੀਟ 'ਚ ਉਤਾਰ ਚੜਾਵ ਆਏਗਾ ਕਿਉਂਕਿ ਕਿਸੇ ਨੂੰ ਨਹੀਂ ਪਤਾ ਹੁੰਦਾ ਇਹ ਲੜਾਈ ਵੱਧ ਨਾ ਜਾਵੇ, ਇਹਦਾ ਅੰਦਾਜ਼ ਕੀ ਹੋਊਗਾ, ਜਾਂ ਫਿਰ ਜਲਦੀ ਸੀਜ਼ ਫਾਇਰ ਹੋ ਜਾਂਦੀ ਹੈ, ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਉਹਦੇ 'ਚ ਹੀ ਫਾਇਦਾ। ਚਲੋ ਪੁਟਨ ਸਾਹਿਬ ਨੇ ਆਪਣਾ ਗੁੱਸਾ ਦਿਖਾਤਾ, ਉਹ ਇਹ ਚਾਹੁੰਦੇ ਨੇ, ਇਹ ਅੱਗੇ ਨੂੰ ਕਹਿ ਦਿੰਦੇ ਆ ਕਿ ਜੀ ਨਹੀਂ ਨੇਟੋ 'ਚ ਨਹੀਂ ਇਹ ਆਏਗਾ, ਇਹਨੂੰ ਅਸੀਂ ਮਿਲੀਟੈਰਲੀ ਨਿਊਟਰਲ ਰੱਖਾਂਗੇ। ਸਰਕਾਰ ਤਾਂ ਨਹੀਂ ਹੋ ਸਕਦੀ ਕਿ ਪੁਟਨ ਸਾਹਿਬ ਕਹੇ ਮੇਰੇ ਕਿਆਂ ਲੱਗੇ ਉੱਥੇ ਰਾਸ਼ਟਰਪਤੀ। ਸੋ ਅੱਧ ਵਿਚਾਲੇ ਫੈਸਲਾ ਹੋ ਸਕਦਾ। ਹੁਣ ਪਤਾ ਨਹੀਂ ਪੁਟਨ ਸਾਹਿਬ ਤਿਆਰ ਨੇ ਉਸ ਫੈਸਲੇ ਨੂੰ ਜਾਂ ਧੱਕੇ ਨਾਲ ਹੀ ਚੱਲਣਾ ਚਾਹੁੰਦੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਕੇਸੀ ਸਿੰਘ ਜੀ ਸਾਡੇ ਨਾਲ ਜੁੜਨ ਵਾਸਤੇ, ਬਹੁਤ ਬਹੁਤ ਧੰਨਵਾਦ। ਤਾਂ ਇਹ ਸੀਗੇ ਸਰਦਾਰ ਕੇਸੀ ਸਿੰਘ ਜਿਨ੍ਹਾਂ ਨੇ ਆਪਦੇ ਐਕਸਪੀਰੀਅੰਸ, ਜੋ ਕਿ ਮਾਹਿਰ ਨੇ ਇੰਟਰਨੈਸ਼ਨਲ ਡਿਪਲੋਮੇਸੀ ਤੋਂ, ਦੱਸਿਆ, ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਜਿਹੜੀ ਜੰਗ ਹੈ ਉਹਦੇ ਕੀ ਨਤੀਜੇ ਹੋ ਸਕਦੇ, ਕਿਸ ਤਰ੍ਹਾਂ ਦਾ ਪ੍ਰਭਾਵ ਇਹ ਛੱਡੇਗੀ, ਤੇ ਨਾਲ ਦੀ ਨਾਲ ਜਿਹੜੇ ਸਟੂਡੈਂਟਸ ਉੱਤੇ ਫਸੇ ਹੋਏ ਉਹਨਾਂ ਦੇ ਉੱਤੇ ਵੀ ਚਾਨਣ ਪਾਇਆ।